ਆਉਣ ਵਾਲੇ ਦਿਨਾਂ ਵਿੱਚ ਕਰੋਨਾ ਭਾਰਤ ਦਾ ਚਿਹਰਾ ਖਤਰਨਾਕ ਕਰ ਸਕਦਾ ਹੈ, ਕਿਉਂਕਿ ਹਾਲਾਤ ਇਹ ਜਿਹੇ ਬਣ ਚੁੱਕੇ ਨੇ ਅਤੇ ਜਿਹੜੀ ਸੰਖਿਆ ਵੱਧ ਰਹੀ ਹੈ ਉਹ ਵੀ ਚਿੰਤਾ ਦਾ ਵਿਸ਼ਾ ਹੈ। ਇਸ ਚਿੰਤਾ ਨੂੰ ਲੈ ਕੇ ਮੈਂ ਜਸਵਿੰਦਰਪਾਲ ਚੈਨਲ ਸ਼ਣ ਪੰਜਾਬੀ ਵਿੱਚ ਤੁਹਾਡਾ ਸਵਾਗਤ ਕਰਦਾ ਅਤੇ ਇਹ ਚਿੰਤਾ ਜਿਹੜੀ ਸਭ ਤੋਂ ਵੱਡੀ ਬਣੀ ਹੋਈ ਹੈ ਕਿ ਮੌਤ ਦਾ ਅੰਕੜਾ ਕਿਤੇ ਵੱਧ ਨਾ ਜਾਵੇ। ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਅਤੇ ਇਸ ਲਈ ਹੋਰ ਕੀ ਕਦਮ ਚੁੱਕਣ ਦੀ ਜ਼ਰੂਰਤ ਹੈ। ਇਸ ਵਾਰ ਸਾਡੇ ਨਾਲ ਜੁੜੇ ਹੋਏ ਨੇ ਮਾਹਿਰ ਅਤੇ ਡਾਕਟਰ ਸੁਰਿੰਦਰਪਾਲ ਭਗਤ ਕਿ ਇਸ ਸਮੇਂ ਜੋ ਕਰੋਨਾ ਦੀ ਹਾਲਤ ਹੈ ਇਸ ਨਾਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਰੋਨਾ ਜਿਹੜੀ ਮਹਾਮਾਰੀ ਹੈ ਇਸ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ। ਬਹੁਤ ਸਾਰੀਆਂ ਡੈਥਸ ਜਿਹੜੀਆਂ ਚਾਈਨਾ, ਇਟਲੀ ਅਤੇ ਹੋਰ ਸਾਰੇ ਅਮਰੀਕਾ, ਰਸ਼ੀਆ ਔਰ ਇਹਦੇ ਨਾਲ ਹੋਰ ਸਾਰੇ ਦੇਸ਼ਾਂ ਵਿੱਚ ਹੋ ਰਹੀਆਂ ਔਰ ਇੰਡੀਆ ਵੀ ਇਸ ਤੋਂ ਕਿਤੇ ਪਿੱਛੇ ਨਹੀਂ ਹੈ। ਇੱਥੇ ਵੀ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਿਨ ਬਾਈ ਦਿਨ ਵੱਧਦੀ ਜਾ ਰਹੀ ਹੈ, ਪਰ ਇਸ ਦੇ ਨਾਲ ਹੁਣ ਜੋ ਮਾਹੌਲ ਇਸ ਤਰ੍ਹਾਂ ਦਾ ਹੈਗਾ ਜਿਸ ਦੇ ਵਿੱਚ ਇਕੋਨਮੀ ਦੇ ਉੱਪਰ ਬਹੁਤ ਮਾੜਾ ਅਸਰ ਪੈ ਰਿਹਾ ਸੀਗਾ ਅਤੇ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਨੇ ਕੁਛ ਨਿਯਮਾਂ ਨੂੰ ਢਿੱਲ ਦਿੱਤੀ ਹੈਗੀ ਹੈ, ਜਿਹਦੇ ਵਿੱਚ ਲੋਕਡਾਊਨ ਨੂੰ ਥੋੜ੍ਹਾ ਰਾਹਤ ਦਿੰਦੇ ਹੋਏ ਲੋਕਾਂ ਨੂੰ ਆਪਣੇ ਰੋਜ਼ਮਰਰਾ ਦੀਆਂ ਚੀਜ਼ਾਂ ਲੈਣ ਵਾਸਤੇ ਜਾਂ ਆਪਣੇ ਕੰਮਕਾਰ ਚਲਾਉਣ ਵਾਸਤੇ, ਜਿਵੇਂ ਹੁਣ ਪਿੱਛੇ ਕਣਕ ਦੀ ਜਾਂ ਪ੍ਰੋਕਿਉਰਮੈਂਟ ਦਾ ਸੀਜ਼ਨ ਸੀਗਾ ਉਹਦੇ ਵਿੱਚ ਸਾਰਿਆਂ ਨੂੰ ਢਿੱਲ ਦਿੱਤੀ ਸੀਗੀ। ਪਰ ਇਹਦੇ ਨਾਲ ਕਿਤੇ ਸਰਕਾਰ ਦੀ ਨਗਹਿਲੀ ਇਸ ਤਰ੍ਹਾਂ ਸ਼ੋਅ ਹੁੰਦੀ ਹੈ ਕਿ ਇਸ ਨੂੰ ਸਮੇਂ ਸਿਰ ਠੱਲ ਪਾਉਣ ਦੀ ਲੋੜ ਜਿਹੜੀ ਸੀਗੀ ਉਹਦੇ ਵਿੱਚ ਥੋੜ੍ਹੀ ਬਹੁਤੀ ਨਜ਼ਰ ਅੰਦਾਜ਼ੀ ਸੈਂਟਰ ਦੀ ਔਰ ਸਟੇਟ ਦੀ ਹੋਈ ਹੈ। ਡਾਕਟਰ ਸਾਹਿਬ, ਤੁਸੀਂ ਖੁਦ ਹੀ ਇਸ ਚੀਜ਼ ਨੂੰ ਮੰਨ ਗਏ ਹੋ ਕਿਤੇ ਨਾ ਕਿਤੇ ਨਜ਼ਰਸਾਨੀ ਹੋਈ ਹੈ ਇਸ ਮੁੱਦੇ ਨੂੰ ਲੈ ਕੇ, ਜਿਸ 'ਤੇ ਦਬਾਅ ਦੀ ਗੱਲ ਵੀ ਕੀਤੀ ਜਾ ਰਹੀ ਸੀ ਕਿ ਉਸ ਸਮੇਂ ਸਰਕਾਰ ਨੇ, ਮੋਦੀ ਸਰਕਾਰ ਨੇ ਸਭ ਤੋਂ ਪਹਿਲਾਂ ਇਹੀ ਕੀਤਾ ਸੀ ਜਦੋਂ ਲੋਕਡਾਊਨ ਕੀਤਾ ਸੀ, ਅਸੀਂ ਅਰਥ ਵਿਵਸਥਾ ਸੰਭਾਲ ਲਾਂਗੇ ਪਰ ਸਾਨੂੰ ਮਨੁੱਖੀ ਜੀਵਨ ਪਹਿਲਾਂ ਹੈ। ਅਤੇ ਅੱਜ ਉਹੀ ਟਿੱਪਣੀ ਇੱਕ ਸਵਾਲ ਬਣ ਕੇ ਖੜੀ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਜਿਹੜਾ ਸਮਾਂ ਹੈ ਬਹੁਤ ਮਾੜਾ ਚੱਲ ਰਿਹਾ ਹੈ। ਇਸ ਦੇ ਵਿੱਚ ਲੋਕਾਂ ਦੀ ਮਹਿੰਗਾਈ ਨੇ ਔਰ ਬੇਰੁਜ਼ਗਾਰੀ ਨੇ ਕਮਰ ਤੋੜਤੀ ਹੈ ਔਰ ਇਹ ਕਰੋਨਾ ਵਾਇਰਸ ਮਹਾਮਾਰੀ ਦੇ ਕਰਕੇ ਲੋਕਾਂ ਦਾ ਰੁਜ਼ਗਾਰ, ਕੰਮ ਧੰਦਾ ਬੰਦ ਹੋਣ ਕਰਕੇ ਜੋ ਮਜ਼ਦੂਰਾਂ ਦੇ ਉੱਪਰ ਮਾਰ ਪਈ ਹੈ, ਇਹ ਪਿਛਲੇ 70 ਸਾਲਾਂ ਵਿੱਚ ਕਦੀ ਇਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਨਹੀਂ ਸੀ ਮਿਲਿਆ। ਔਰ ਜੋ ਸਰਕਾਰ ਨੇ ਇਸ ਦੇ ਉੱਪਰ ਕਾਬੂ ਪਾਉਣਾ ਚਾਹੀਦਾ ਸੀਗਾ ਉਹ ਉਨੀ ਤੇਜ਼ੀ ਦਿਖਾਈ ਨਹੀਂ ਜਿੰਨੀ ਸਰਕਾਰ ਨੂੰ ਤੇਜ਼ੀ ਦਿਖਾਉਣੀ ਚਾਹੀਦੀ ਸੀਗੀ। ਲੋਕਾਂ ਨੂੰ 2-2 ਮਹੀਨੇ ਦਾ ਰਾਸ਼ਨ ਲੋਕਡਾਊਨ ਕਰਨ ਤੋਂ ਪਹਿਲਾਂ ਜਾਂ ਕਰਫਿਊ ਲਗਾਉਣ ਤੋਂ ਪਹਿਲਾਂ ਉਹਨਾਂ ਦੇ ਘਰਾਂ ਦੇ ਵਿੱਚ ਰੱਖ ਦੇਣਾ ਚਾਹੀਦਾ ਸੀਗਾ ਔਰ ਉਹਨਾਂ ਨੂੰ ਆਪਣੇ ਭਰੋਸੇ ਵਿੱਚ ਲੈਣਾ ਚਾਹੀਦਾ ਸੀਗਾ ਕਿ ਲੋਕ ਜਿਹੜੇ ਹੈ ਮਜਬੂਰ ਹੋ ਕੇ ਭੁੱਖ ਤੋਂ ਡਰਦੇ ਆਪਣੀਆਂ ਰੋਡਾਂ ਦੇ ਉੱਪਰ ਚੱਲਣਾ ਚਾਲੂ ਹੋ ਗਏ। ਜਿੱਥੇ ਸਰਕਾਰ ਨੇ ਬੱਸਾਂ ਬੰਦ ਕੀਤੀਆਂ, ਟ੍ਰੇਨਾਂ ਬੰਦ ਕੀਤੀਆਂ ਔਰ ਆਵਾਜਾਈ ਦੇ ਸਾਰੇ ਸਾਧਨ ਬੰਦ ਕੀਤੇ, ਪਰ ਇਹ ਸਾਰਾ ਕੰਮ ਚਾਲੂ ਕਰਨ ਤੋਂ ਪਹਿਲਾਂ ਸਰਕਾਰ ਦੀ ਜਿਹੜੀ ਨਿੱਜੀ ਜ਼ਿੰਮੇਵਾਰੀ ਬਣਦੀ ਸੀਗੀ ਉਹਦੇ ਨਾਲ ਇਹ ਸੀਗਾ ਕਿ ਲੋਕਾਂ ਨੂੰ ਭਰੋਸੇ ਵਿੱਚ ਲਿਆ ਜਾਂਦਾ ਜਾਂ ਤਾਂ 2-4 ਦਿਨਾਂ ਦੇ ਵਿੱਚ ਇਹਨਾਂ ਨੂੰ ਆਪਣੇ ਆਪਣੇ ਟਿਕਾਣੇ 'ਤੇ ਜਿਹੜੇ ਜਾਣੇ ਚਾਹੁੰਦੇ ਸੀਗੇ ਉਹਨਾਂ ਨੂੰ ਪਹੁੰਚਾ ਦਿੱਤਾ ਜਾਂਦਾ, ਤਾਂ ਜੋ ਉਹ ਵਿਚਾਰੇ ਦੁਖੀ ਹੋ ਕੇ ਇੱਥੋਂ ਮਾਲਕ ਮਕਾਨ ਜਿਹੜੇ ਕਿਰਾਇਆ ਨਹੀਂ ਸੀ ਛੱਡ ਰਹੇ, ਰੁਜ਼ਗਾਰ ਦੇ ਧੰਦੇ ਖਤਮ ਹੋ ਗਏ ਔਰ ਉਹਨਾਂ ਕੋਲ ਜਿਹੜਾ ਪੈਸਾ ਚਾਰ ਸੀਗਾ ਉਹ ਉਹਨਾਂ ਨੇ ਖਤਮ ਕਰ ਲਿਆ। ਅੱਗੋਂ ਉਹਨਾਂ ਨੂੰ ਰਾਸ਼ਨ ਨਹੀਂ ਸੀ ਮਿਲ ਰਿਹਾ, ਬੱਚੇ ਛੋਟੇ ਜਿਹੜੇ ਜਿਹਨਾਂ ਨੂੰ ਦੁੱਧ ਚਾਹੀਦਾ ਹੈਗਾ ਔਰ ਘਰ ਵਿੱਚ ਸ਼ਾਮ ਨੂੰ ਸਵੇਰੇ ਸ਼ਾਮੀ ਚਾਹ, ਦੁੱਧ, ਰੋਟੀ ਹਰ ਚੀਜ਼ ਦੀ ਸਮੱਸਿਆ ਸੀ, ਉਹ ਉਹਨਾਂ ਕੋਲ ਪੈਸਾ ਨਾ ਹੋਣ ਦੀ ਵਜ੍ਹਾ ਕਰਕੇ ਉਹਨਾਂ ਨੇ ਇਹ ਸੋਚਿਆ ਕਿ ਅਸੀਂ ਆਪਣੇ ਘਰਾਂ ਨੂੰ ਚਲੇ ਜਾਈਏ। ਦੂਜੀਆਂ ਸਟੇਟਾਂ ਵਿੱਚ ਜਿੱਥੋਂ ਵਿਚਾਰੇ ਇੱਥੇ ਆਏ ਹੋਏ ਸੀ ਕੰਮ ਦੇ ਚੱਕਰ ਵਿੱਚ, ਕੰਮ ਬੰਦ ਹੋਣ ਕਰਕੇ, ਰੋਟੀ ਨਾ ਮਿਲਣ ਕਰਕੇ ਔਰ ਭੁੱਖੇ ਮਰਨ ਦੇ ਨਾਲ ਉਹਨਾਂ ਨੇ ਸੋਚਿਆ ਕਿ ਆਪਣੇ ਜੇ ਮਰਨਾ ਹੀ ਹੈ ਤਾਂ ਆਪਣੇ ਘਰਾਂ 'ਚ ਜਾ ਕੇ ਕਿਉਂ ਨਾ ਮਰਿਆ ਜਾਏ। ਡਾਕਟਰ ਸਾਹਿਬ, ਜਿਵੇਂ ਕਿ ਲੋਕਡਾਊਨ ਲਾਇਆ ਗਿਆ ਸਰਕਾਰ ਵੱਲੋਂ, ਤੁਸੀਂ ਐਜ਼ ਏ ਡਾਕਟਰ ਵੀ ਹੋ ਅਤੇ ਕੀ ਸੋਚਦੇ ਹੋ ਉਸ ਸਮੇਂ ਜ਼ਰੂਰਤ ਸੀਗੀ? ਦੇਖੋ, ਲੋਕਡਾਊਨ ਜਿਹੜਾ ਹੈਗਾ ਇਹ ਤਾਂ ਬਹੁਤ ਜ਼ਰੂਰੀ ਸੀਗਾ। ਉਸ ਵੇਲੇ ਜਦੋਂ ਇਹ ਮਹਾਮਾਰੀ ਹੈ ਇਹਦੇ ਵਿੱਚ ਆਪਣੇ ਆਪ ਨੂੰ ਬਚਾਉਣਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਔਰ ਸਰਕਾਰ ਦੀ ਡਿਊਟੀ ਵੀ ਬਣਦੀ ਸੀਗੀ। ਪਰ ਇਹ ਲੋਕਡਾਊਨ ਲਗਾਉਣ ਤੋਂ ਪਹਿਲਾਂ 3-4 ਦਿਨ ਦਾ ਸਮਾਂ ਜਿਹੜਾ ਸੀਗਾ ਇਹ ਪਬਲਿਕ ਨੂੰ ਦੇਣਾ ਚਾਹੀਦਾ ਸੀਗਾ, ਜਿਸ ਦੇ ਨਾਲ ਲੋਕਾਂ ਦਾ ਜਿਹੜੀ ਇਹ ਖੱਜਲ ਖੁਆਰੀ ਹੋਈ ਹੈ
ਔਰ ਲੋਕਾਂ ਨੂੰ ਮਜਬੂਰ ਹੋ ਕੇ ਆਪਣੀਆਂ ਸਟੇਟਾਂ ਵਿੱਚ ਵਾਪਸ ਜਾਣ ਵਾਸਤੇ ਕੋਈ ਸਾਧਨ ਨਾ ਹੋਣ ਦੀ ਵਜ੍ਹਾ ਪੈਦਲ ਚੱਲ ਕੇ ਜਿਹੜੇ ਆਪਣੇ ਘਰਾਂ 'ਚ ਮਰੇ ਆ, ਉਹ ਬਹੁਤ ਸਾਰੇ ਲੋਕਾਂ ਦੀਆਂ ਪੈਦਲ ਚੱਲਦਿਆਂ ਦੀਆਂ ਡੈਥਾਂ ਹੋ ਗਈਆਂ। ਕਈ ਜਨਾਨੀਆਂ ਦੇ ਬੱਚੇ ਰੋਡ ਦੇ ਉੱਪਰ ਹੀ ਪੈਦਾ ਹੋਏ, ਉਹਨਾਂ ਨੂੰ ਚੱਕ ਕੇ ਵਿਚਾਰੀਆਂ ਇਮੀਡੀਏਟ 200 300 ਕਿਲੋਮੀਟਰ ਚੱਲਦੀਆਂ ਰਹੀਆਂ ਔਰ ਬੁਰੇ ਹਾਲਾਤਾਂ ਦੇ ਵਿੱਚ। ਜਦੋਂ ਕਿਸੇ ਨੇ ਉਹਨਾਂ ਦੀ ਕੋਈ ਬਾਂਹ ਨਹੀਂ ਫੜੀ, ਜੋ ਕਿ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ, ਉਹ ਫਿਰ ਜਿਹੜੇ NGO ਸੀਗੇ ਜਾਂ ਕੋਈ ਡੇਰਿਆਂ ਵਾਲੇ ਸੀਗੇ ਜਾਂ ਕੋਈ SGPC ਦੇ ਗੁਰਦੁਆਰਿਆਂ ਵਾਲੇ ਸੀਗੇ, ਉਹ ਸਾਰਿਆਂ ਨੇ ਰਲ ਮਿਲ ਕੇ ਉਹ ਸੰਗਤ ਦੀ ਜਿਹੜੀ ਹੈ ਸੇਵਾ ਕੀਤੀ ਹੈਗੀ ਆ, ਉਹ ਮਜ਼ਦੂਰਾਂ ਦੀ। ਉਹ ਨਾ ਭੁੱਲਣ ਯੋਗ ਵਾਲਾ ਕੰਮ ਹੈ। ਇਸ ਵਾਰ ਕਿ ਇਹ ਸਾਰੇ ਹੀ ਜਿੰਨੇ ਆਰਗੇਨਾਈਜੇਸ਼ਨ ਹੈਗੀਆਂ ਇਹ ਸ਼ਲਾਘਾ ਦੇ ਪਾਤਰ ਹੈਗੇ ਆ, ਪਰ ਸਰਕਾਰ ਦੀ ਨਰੈਲੀ ਇਸ ਵਿੱਚ ਬਹੁਤ ਵੱਡੀ ਹੈ। ਡਾਕਟਰ ਸਾਹਿਬ, ਜਿਹੜਾ ਸਵਾਲ ਹੈ ਨਾ, ਸਵਾਲ ਇਸ ਟਾਈਮ ਮਨੁੱਖੀ ਜੀਵਨ ਦਾ ਹੈ। ਸਰਕਾਰ ਨੇ ਉਸ ਸਮੇਂ ਗੰਭੀਰ ਸਮੱਸਿਆ ਦੇਖਦੇ ਹੋਏ ਇਹ ਸਟੈਪ ਚੱਕਿਆ, ਪਰੰਤੂ ਹੁਣ ਨਾਲ ਹੀ ਨਾਲ ਆਰਥਿਕ ਦਾ ਜਿਹੜਾ ਸਟੈਪ ਦੇਖਦੇ ਹੋਏ ਹੁਣ ਅਨਲੌਕ ਹੋਣਾ ਸ਼ੁਰੂ ਕਰ ਦਿੱਤਾ। ਇਹ ਦੋਹਾਂ ਵਿੱਚ ਸਰਕਾਰ ਦੀ ਜਿਹੜੀ ਇੱਕ ਝੁੰਝਲਾਪਨ ਜਿਹਾ ਸੀਗਾ, ਝੰਝਲਾਹਟ ਸੀਗੀ, ਉਹ ਵੀ ਦੇਖਣ ਜਾਈ, ਪਰੰਤੂ ਬਿਮਾਰੀ ਦਾ ਜਿਹੜਾ ਰੂਪ ਹੈ ਉਹ ਕੰਟਰੋਲ ਨਹੀਂ ਹੋ ਰਿਹਾ। ਕਿਵੇਂ ਕੰਟਰੋਲ ਹੋ ਸਕਦਾ ਹੈ? ਦੇਖੋ, ਇਸ ਮਹਾਮਾਰੀ ਦੇ ਵਿੱਚ ਬਹੁਤ ਹੀ ਦੇਰ ਤੱਕ ਤਾਂ ਕੋਈ ਵੀ ਸਰਕਾਰ ਜਿਹੜੀ ਹੈ ਆਪਣੇ ਰੁਜ਼ਗਾਰ ਦੇ ਧੰਦੇ ਚਲਾਉਣ ਤੋਂ ਬਗੈਰ ਆਪਣਾ ਜਿਹੜੀ ਆਰਥਿਕ ਮੰਦੀ ਹੈ ਉਹਨੂੰ ਜ਼ਿਆਦਾ ਦੇਰ ਨਹੀਂ ਚੱਲ ਸਕਦੀ। ਚਾਹੇ ਸਰਕਾਰ ਜਿੰਨੀ ਮਰਜ਼ੀ ਪਾਵਰਫੁਲ ਹੋਵੇ, ਚਾਹੇ ਸੈਂਟਰ ਦੀ ਹੋਵੇ ਚਾਹੇ ਸਟੇਟ ਦੀ ਹੋਵੇ, ਉਸਨੂੰ ਇਹ ਰੁਜ਼ਗਾਰ ਧੰਦੇ ਖੋਲ੍ਹਣ ਵਾਸਤੇ ਕੋਈ ਨਾ ਕੋਈ ਤਾਂ ਉਪਰਾਲਾ ਕਰਨੇ ਪੈਣਾ ਸੀਗਾ। ਪਰ ਨਾਲ ਦੀ ਨਾਲ ਲੋਕਾਂ ਦੀ ਸਿਹਤ ਦਾ ਵੀ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਮਤਲਬ ਕਿ ਲੋਕਡਾਊਨ ਖੋਲ੍ਹਣਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਕੰਮ ਕਰਨ ਦੀ ਆਜ਼ਾਦੀ ਹੈ ਅਤੇ ਇਹਦੇ ਵਿੱਚ ਮਰਨ ਤੋਂ ਕੋਈ ਆਜ਼ਾਦੀ ਨਹੀਂ ਹੈਗੀ। ਯੂ ਆਰ ਓਪਨ ਟੂ ਡਿਜ਼ੀਜ਼ ਜਿਹੜੀ ਹੈਗੀ ਆ, ਤੁਸੀਂ ਖੁੱਲ੍ਹ ਕੇ ਬਾਹਰ ਆ ਗਏ। ਕਰੋਨਾ ਹਜੇ ਇੱਥੋਂ ਗਿਆ ਨਹੀਂ ਹੈਗਾ, ਕਰੋਨਾ ਇੱਥੇ ਦਾ ਇੱਥੇ ਹੀ ਹੈਗਾ। ਪਰ ਗੱਲ ਹੈ ਕਿ ਤੁਸੀਂ ਕਿੰਨੀ ਦੇਰ ਘਰ ਬੈਠੇ ਰਹੋਗੇ। ਘਰ ਬੈਠੇ ਵੀ ਲੋਕ ਪਾਗਲ ਸੀ, ਬੁਰਾ ਹਾਲ ਹੋ ਗਿਆ ਸੀਗਾ ਲੋਕਾਂ ਦਾ। ਕਿਸੇ ਨੂੰ ਨੀਂਦ ਨਹੀਂ ਆ ਰਹੀ, ਕਿਸੇ ਨੂੰ ਕਹਿੰਦਾ ਜੀ ਮੇਰਾ ਇਹ ਹੋ ਗਿਆ, ਮੇਰਾ ਉਹ ਹੋ ਗਿਆ, ਮੇਰਾ ਬੱਚਾ ਫੋਰਨ 'ਚ ਰਹਿੰਦਾ ਹੈਗਾ, ਉਹਦੇ ਕਰਕੇ ਮੈਂ ਪਰੇਸ਼ਾਨ ਹਾਂ। ਔਰ ਲੋਕਾਂ ਨੂੰ ਨੀਂਦ ਆਉਣੀ ਬੰਦ ਹੋ ਗਈ। ਔਰ ਬਹੁਤ ਸਾਰੇ ਜਿਹੜੇ ਪੇਸ਼ੈਂਟ ਹੈਗੇ ਆ ਉਹ ਸਾਈਕੈਟਰਿਸਟ ਡਾਕਟਰਾਂ ਦੇ ਕੋਲ ਜਾਣੇ ਚਾਲੂ ਹੋ ਗਏ, ਜੀ ਸਾਨੂੰ ਇਹ ਸਮੱਸਿਆ ਹੈਗੀ ਹੈ ਇਸ ਮਹਾਮਾਰੀ ਦੇ ਵਿੱਚ। ਪਰ ਸਰਕਾਰ ਦੀ ਜਿਹੜੀ ਮਜਬੂਰੀ ਸੀਗੀ ਜ਼ਿਆਦਾ ਦੇਰ ਲੋਕਡਾਊਨ ਨਾ ਰੱਖਣਾ, ਪਰ ਇਹਦੇ ਵਿੱਚ ਜਿਹੜਾ ਹੈਗਾ ਕਿ ਸਰਕਾਰ ਨੇ ਤਾਂ ਚਲੋ ਲੋਕਾਂ ਦੇ ਕੰਮ ਧੰਦੇ ਜਿਹੜੇ ਚਲਾਉਣ ਵਾਸਤੇ ਇਹ ਸ਼ੁਰੂ ਕੀਤਾ ਹੈਗਾ ਕੰਮ, ਪਰ ਲੋਕਾਂ ਨੂੰ ਆਪਣੀ ਸਮਝਦਾਰੀ ਦਾ ਸਬੂਤ ਦੇਣਾ ਚਾਹੀਦਾ ਹੈਗਾ ਕਿ ਨਾਲ ਦੀ ਨਾਲ ਹੀ ਆਪਣੀ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣ, ਰੁਜ਼ਗਾਰ ਦੇ ਨਾਲ ਨਾਲ ਆਪਣੇ ਕੰਮ ਧੰਦੇ ਜਿਹੜੇ ਹੈਗੇ ਆ ਉਹ ਵੀ ਆਪਣੇ ਬੜੇ ਤਰੀਕੇ ਦੇ ਨਾਲ ਚੱਲਣ ਔਰ ਆਪਣੀ ਸਿਹਤ ਦਾ ਖਿਆਲ ਰੱਖਣ ਔਰ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣ। ਬਾਰ-ਬਾਰ ਆਪਣੇ ਹੱਥ ਜਿਹੜੇ ਆ ਸੈਨੀਟਾਈਜ਼ਰ ਯੂਜ਼ ਕਰਨ ਦੀ ਲੋੜ ਵੀ ਇੰਨੀ ਨਹੀਂ ਹੈਗੀ, ਸੋਪ ਐਂਡ ਵਾਟਰ ਨਾਲ ਯੂਜ਼ ਕੀਤੇ ਜਾ ਸਕਦੇ। ਜਿਵੇਂ ਕਿ ਡਾਕਟਰ ਸਾਹਿਬ ਨੇ ਕਿਹਾ ਕਿ ਜਿਹੜੀ ਸਮੱਸਿਆ ਹੈ, ਸਮੱਸਿਆ ਉੱਥੇ ਦੀ ਉੱਥੇ ਖੜੀ ਹੈ। ਇਹਦੇ ਲਈ ਮੈਦਾਨ 'ਚ ਤੁਹਾਨੂੰ ਖੁਦ ਸੁਰੱਖਿਅਤ ਹੋਣਾ ਪਵੇਗਾ। ਅਤੇ ਨਾਲ ਹੀ ਡਾਕਟਰ ਸਾਹਿਬ ਸਵਾਲ ਇਹ ਹੈ ਕਿ ਜਿਵੇਂ ਕਿ ਜੋ ਭੁੱਖਮਰੀ ਤੋਂ ਬਾਅਦ ਦੁਬਾਰਾ ਇਹ ਗਿਣਤੀ ਵਧੀ ਅਤੇ ਅੱਜ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ, ਤੁਸੀਂ ਕੀ ਰਾਏ ਸਰਕਾਰ ਨੂੰ ਟਿਪਸ ਦੇਣੇ ਚਾਹੋਗੇ ਕਿ ਉਹ ਕਿਸ ਤਰ੍ਹਾਂ ਇਸ ਨੂੰ ਕਾਬੂ ਕਰ ਸਕਦੀ ਹੈ? ਦੇਖੋ ਜੀ, ਜਿਹੜੇ ਹੁਣ ਆਮ ਪਬਲਿਕ ਦਾ ਆਉਣਾ ਜਾਣਾ, ਕੰਮ ਧੰਦੇ ਚਾਲੂ ਕਰਨਾ ਸਰਕਾਰ ਦਾ ਇਹ ਚਾਲੂ ਹੋਇਆ ਹੈ, ਇਸ 'ਤੇ ਰਾਹਤ ਵਾਲੀ ਖਬਰ ਹੈ। ਪਰ ਇਸ ਦੇ ਨਾਲ ਨਾਲ ਕੇਸ ਜਿਹੜੇ ਹੈ ਕਰੋਨਾ ਵਾਇਰਸ ਦੇ ਵਧਣਗੇ। ਆਮ ਜਦੋਂ ਲੋਕ ਨੂੰ ਖੁੱਲ੍ਹ ਦਿੱਤੀ ਜਾਂਦੀ ਹੈਗੀ ਹੈ ਕਿ ਉਹ ਫਿਰ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਨਹੀਂ ਰੱਖਦੇ। ਪਬਲਿਕ ਨੂੰ ਇੰਨਾ ਜਾਗਰੂਕ ਕਰਨਾ ਚਾਹੀਦਾ ਸਰਕਾਰ ਨੂੰ ਕਿ ਇਹ ਆਪਣਾ ਕੰਮ ਧੰਦਿਆਂ ਦੇ ਸਥਾਨ ਦੇ ਉੱਪਰ ਜਿੱਥੇ ਵੀ ਇਹ ਲੇਬਰ ਕਰਨ, ਜਿੱਥੇ ਵੀ ਫੈਕਟਰੀਆਂ 'ਚ ਜਾਣ ਜਾਂ ਕੋਈ ਦਫ਼ਤਰਾਂ ਦੇ ਵਿੱਚ ਜਾਣ, ਉੱਥੇ ਜਾ ਕੇ ਆਪਣਾ ਜਿਹੜਾ ਹੈ ਪਰਸਨਲ ਪ੍ਰੋਟੈਕਸ਼ਨ ਇਹਨਾਂ ਦੇ ਹੱਥ ਵਿੱਚ ਹੈਗੀ। ਦਫ਼ਤਰਾਂ ਦੇ ਵਿੱਚ ਵੀ ਜ਼ਿਆਦਾ ਤੋਂ ਜ਼ਿਆਦਾ ਸਟਾਫ ਜਿਹੜਾ ਹੈਗਾ ਕੋਈ 30% ਸਟਾਫ ਹਜੇ 2 ਮਹੀਨੇ 'ਤੇ ਰੱਖਿਆ ਜਾਏ, ਉਸ ਤੋਂ ਬਾਅਦ ਹੌਲੀ ਹੌਲੀ ਇਹ ਵਧਾਇਆ ਜਾ ਸਕਦਾ ਹੈਗਾ। ਪਰ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਜਾਏ, ਜ਼ਿਆਦਾ ਜਿਹੜਾ ਹੈਗਾ ਵਰਕਲੋਡ ਉਹ ਘਰਾਂ ਤੋਂ ਕੀਤਾ ਜਾਏ ਜਾਂ ਫਿਰ ਵੀਡੀਓ ਕਾਨਫਰੰਸਿੰਗ ਦੇ ਤਰ੍ਹਾਂ ਆਫੀਸਰ ਸਾਹਿਬਾਨ ਆਪਣੇ ਮੁਲਾਜ਼ਮਾਂ ਤੋਂ ਕੰਮ ਲੈ ਸਕਦੇ ਹੈਗੇ ਹੈ। ਆਮ ਪਬਲਿਕ ਦੀ ਗੈਦਰਿੰਗ 1 ਸਾਲ ਵਾਸਤੇ ਮੈਂ ਇਹ ਚਾਹੂੰਗਾ ਕਿ ਕੋਈ ਬਾਹਰ ਢਾਬੇ ਤੋਂ ਖਾਣਾ ਨਾ ਖਾਏ, ਕਿਸੇ ਰੈਸਟੋਰੈਂਟ 'ਤੇ ਨਾ ਜਾਏ, ਕਿਸੇ ਮਾਲ ਵਿੱਚ ਨਾ ਜਾਏ। ਇਹ 1 ਸਾਲ ਜੇ ਪ੍ਰੋਟੈਕਸ਼ਨ ਕਰ ਲੈਂਦੇ ਹੈਗੇ ਹੈ ਅਤੇ ਫਿਰ ਇਹ ਮਹਾਮਾਰੀ ਤੋਂ ਸਾਨੂੰ
ਨਜਾਤ ਮਿਲ ਸਕਦੀ ਹੈ। ਅਦਰਵਾਈਜ਼ ਅੱਗੋਂ ਦਿਨ ਇਹ ਕੇਸ ਵਧਣ ਦੇ ਚਾਂਸਸ ਜ਼ਿਆਦਾ ਹੈਗੇ। ਬਸ ਇੱਕ ਰਾਏ ਲੋਕਾਂ ਦੀ ਵੀ ਬਣ ਕੇ ਇਹ ਆ ਰਹੀ ਹੈ ਕਿ ਇਹ ਜਿੰਨੀ ਦੇਰ ਵੈਕਸੀਨ ਨਹੀਂ ਤਿਆਰ ਹੁੰਦੀ ਇਹਦਾ ਟ੍ਰੀਟਮੈਂਟ ਨਹੀਂ, ਇਹ ਚਾਹੇ 2021 ਵੀ ਤੱਕ ਤੋਂ ਬਾਅਦ ਵੀ ਪ੍ਰਭਾਵਿਤ ਕਰ ਸਕਦੀ ਹੈ। ਤੇ ਇਹਨਾਂ ਚੀਜ਼ਾਂ 'ਚ ਇੰਨੀ ਦੇਰ 'ਚ ਹੋਟਲਾਂ ਦਾ ਕੰਮ ਰੁਕ ਜਾਣਾ ਤੇ ਉਹ ਚੀਜ਼ਾਂ ਦਾ ਮਾਹੌਲ ਦਾ ਰੁਕ ਜਾਣਾ, ਇਹ ਸੁਭਾਵਿਕ ਨਹੀਂ, ਕਿਉਂਕਿ ਮਨੁੱਖੀ ਸੁਭਾਅ ਕੁਝ ਹੋਰ ਹੈ। ਜਿਵੇਂ ਹੁਣ ਖੁੱਲ੍ਹਣ 8 ਤਰੀਕ ਨੂੰ ਖੁੱਲ੍ਹਣ ਜਾ ਰਹੇ ਨੇ ਹੈ ਜੀ, ਤੇ ਲੋਕਾਂ ਦਾ ਰੁਝਾਨ ਉਸ ਵੱਲ ਹੋਣਾ ਹੀ ਹੋਣਾ, ਉਹਨੂੰ ਰੋਕ ਨਹੀਂ ਸਕਦੇ ਕਿਉਂਕਿ ਯੰਗ ਪੀੜ੍ਹੀ ਜਾਂਦੀ ਹੈ। ਇਹ ਤੇ ਇਹਨਾਂ ਹਾਲਾਤਾਂ ਸਰਕਾਰ ਕੀ? ਦੇਖੋ, ਸਰਕਾਰ ਦੀ ਜਿਹੜੀ ਨਿੱਜੀ ਜ਼ਿੰਮੇਵਾਰੀ ਇਹ ਬਣਦੀ ਹੈਗੀ ਹੈ ਕਿ ਇਹ ਜਿਹੜੇ ਸਟੈਪ ਚੱਕਣੇ ਚਾਹੀਦੇ ਹੈਗੇ ਆ, ਉਹਨਾਂ ਵਿੱਚ ਤਾਂ ਮੈਂ ਇਹੀ ਸਲਾਹ ਦਊਂਗਾ ਕਿ ਸਰਕਾਰ ਜਿਹੜੀ ਹੈਗੀ ਹੈ, ਜਿਹੜੇ ਰੈਸਟੋਰੈਂਟਸ ਹੈ, ਮਾਲਸ ਵਗੈਰਾ ਹੈਗੇ ਆ, ਇੱਥੇ ਪ੍ਰੋਪਰ ਸਕਰੀਨਿੰਗ ਦਾ ਇੰਤਜ਼ਾਮ ਕੀਤਾ ਜਾਏ। ਔਰ ਇੱਕ ਜਿਹੜੇ ਮਾਹੌਲ ਦੇ ਵਿੱਚ ਹੈ ਜ਼ਿਆਦਾ ਤੋਂ ਜ਼ਿਆਦਾ ਪੇਸ਼ੈਂਟ ਇੱਕ ਸ਼ੌਪ ਦੇ ਅੰਦਰ ਜਿਹੜੇ ਜਾਂਦੇ ਆ ਉਹ 8-10 ਤੋਂ ਜ਼ਿਆਦਾ ਨਾ ਹੋਣ, ਔਰ ਉਹਨਾਂ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਜਾਏ। ਉਹ ਲੋਟ ਜਦੋਂ ਬਾਹਰ ਆ ਜਾਏ ਫਿਰ ਅਗਲੇ 8 ਜਾਂ 10 ਬੰਦਿਆਂ ਨੂੰ ਹੋਰ ਅੰਦਰ ਭੇਜਿਆ ਜਾਏ। ਜੇਕਰ ਇਹ ਸਟੈਪ ਸਰਕਾਰ ਚੱਕਦੀ ਹੈਗੀ ਹੈ ਔਰ ਮਾਲਸ ਵਾਲੇ ਜਿਹੜੇ ਮਾਲਕ ਹੈਗੇ ਆ ਉਹਨਾਂ ਦੇ ਨਾਲ ਸਰਕਾਰ ਲਗਾਤਾਰ ਮੀਟਿੰਗਾਂ ਕਰੇ, ਉਹਨਾਂ ਨੂੰ ਸਾਰੀਆਂ ਇਹ ਚੀਜ਼ਾਂ ਸਮਝਾਏ ਔਰ ਕਿਸ ਤਰੀਕੇ ਦੇ ਨਾਲ ਇਹ ਤੁਹਾਡਾ ਮਤਲਬ ਕਿ ਬਿਜ਼ਨਸ ਚੱਲ ਸਕਦਾ ਹੈਗਾ, ਕਿਉਂਕਿ ਬਗੈਰ ਬਿਜ਼ਨਸ ਦੇ ਤੁਹਾਡੀ ਤਰੱਕੀ ਜਿਹੜੀ ਹੈ ਬਿਲਕੁਲ ਜ਼ੀਰੋ 'ਤੇ ਆ ਜਾਏਗੀ ਔਰ ਦੁਨੀਆ ਵਿੱਚ ਜਿਹੜੀ ਭੁੱਖਮਰੀ ਵਧੇਗੀ। ਇਸ ਕਰਕੇ ਮਤਲਬ ਕਿ ਮੌਲ ਵੀ ਖੁੱਲ੍ਹਣੇ ਜ਼ਰੂਰੀ ਹੈ, ਰੈਸਟੋਰੈਂਟ ਵੀ ਖੁੱਲ੍ਹਣੇ ਜ਼ਰੂਰੀ ਹੈ, ਪਰ ਇੱਥੇ ਜਿਹੜਾ ਮੇਨ ਮੁੱਦਾ ਹੈ ਉਹ ਹੈ ਤੁਹਾਡੀ ਸੋਸ਼ਲ ਡਿਸਟੈਂਸਿੰਗ ਦਾ। ਉਹ ਪ੍ਰੋਪਰ ਹਾਈਜੈਨਿਕ ਖਾਣਾ ਹੋਵੇ। ਮੇਰਾ ਤਾਂ ਖਿਆਲ ਹਜੇ ਸਰਕਾਰ ਨੂੰ ਇਹ ਜਿਹੜੇ ਪੈਕ ਲੰਚ ਜਿਹੜੇ ਘਰ ਲੈ ਕੇ ਜਿਹੜੇ ਬਾਹਰ ਦੇ ਸ਼ੌਂਕੀ ਹੈਗੇ ਆ ਉੱਥੋਂ ਪੈਕ ਕਰਾਉਣ ਅਤੇ ਘਰ ਲੈ ਕੇ ਆ ਕੇ ਖਾਣ, ਉੱਥੇ ਬੈਠ ਕੇ ਨਾ ਹੀ ਖਾਣ ਤਾਂ ਅੱਛੀ ਗੱਲ ਹੈਗੀ ਹੈ। ਬਾਕੀ ਜਿਹੜਾ ਕੰਮ ਧੰਦਾ ਤਾਂ ਚੱਲਣਾ ਚਾਹੀਦਾ ਹੈਗਾ, ਪਰ ਇਹ ਬਿਮਾਰੀ ਜਿਹੜੀ ਹੈ ਸੰਸਾਰ ਵਿੱਚ ਪੂਰੇ 'ਚ ਹੈਗੀ ਹੈ ਅਤੇ ਇਹ ਲੋਕਡਾਊਨ ਖੁੱਲ੍ਹਣ ਦੇ ਨਾਲ ਬਿਮਾਰੀ ਖਤਮ ਨਹੀਂ ਹੋਈ। ਡਾਕਟਰ ਸਾਹਿਬ, ਇੱਕ ਸਵਾਲ ਇਹਦੇ 'ਚ ਹੈ ਕਿ ਇਹ ਲੰਬੀ ਚੱਲਣ ਵਾਲੀ ਬਿਮਾਰੀ ਹੈ ਹਾਂ ਤੇ ਫਰੰਟ ਲਾਈਨ 'ਤੇ ਡਾਕਟਰਾਂ ਦੀ ਭੂਮਿਕਾ ਜੋ ਸਰਾਹਨੀय ਵੀ ਰਹੀ ਹੈ, ਪਰੰਤੂ ਹਜੇ ਬਹੁਤ ਲੰਬੀ ਲੜਾਈ ਡਾਕਟਰਾਂ ਨੂੰ ਲੜਨੀ ਪੈਣੀ ਹੈ। ਇਹਦੇ ਵੀ ਡਾਕਟਰਾਂ ਨੂੰ ਕੀ ਦਿੱਕਤਾਂ ਆ ਸਕਦੀਆਂ ਨੇ? ਦੇਖੋ ਜੀ, ਜਿਹੜੀ ਇਹ ਬਿਮਾਰੀ ਹੈ ਇਹਦੇ ਬਾਰੇ ਹਜੇ ਕੋਈ ਡੈਫੀਨੇਟ ਤਾਂ ਨਹੀਂ ਕਹਿ ਸਕਦੇ। ਫਰੰਟ ਲਾਈਨ ਦੇ ਉੱਪਰ ਡਾਕਟਰ ਹੈ, ਪੁਲਿਸ ਵਾਲੇ ਹੈ, ਸਫਾਈ ਕਰਮਚਾਰੀ ਹੈ, ਪੈਰਾਮੈਡੀਕਲ ਸਟਾਫ ਹੈਗਾ, ਫਾਰਮਾਸਿਸਟ ਹੈਗਾ, ਹੋਰ ਜਿਹੜੇ ਸਿਹਤ ਨਾਲ ਜੁੜੇ ਹੋਏ ਸਾਰੇ ਸੈਨੀਟਰੀ ਇੰਸਪੈਕਟਰਸ ਹੈਗੇ ਆ, ਜਿਤਨੇ ਵੀ ਮੁਲਾਜ਼ਮ ਅਮਲਾ ਸਾਰਾ ਹੈਲਥ ਡਿਪਾਰਟਮੈਂਟ ਦਾ ਹੈਗਾ, ਪੁਲਿਸ ਦਾ ਹੈਗਾ, ਸਫਾਈ ਕਰਮਚਾਰੀਆਂ ਦਾ ਹੈਗਾ, ਇਹਨਾਂ ਨੂੰ ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣਾ ਪਏਗਾ। ਪ੍ਰੋਪਰ ਖਾਣਾ ਪਏਗਾ, ਅੱਛੀ ਤਰ੍ਹਾਂ ਸਾਈਡ ਜਿਹੜੀ ਹੈ ਆਪਣੀ ਬਣਾ ਕੇ ਰੱਖਣ, ਰੈਗੂਲਰ ਐਕਸਰਸਾਈਜ਼ ਕਰਨ। ਜਿਸ ਦੇ ਸਰੀਰ ਦੇ ਵਿੱਚ ਇਮਿਊਨ ਸਿਸਟਮ ਕਮਜ਼ੋਰ ਹੈ ਉਸ ਦੇ ਉੱਪਰ ਇਹ ਕਰੋਨਾ ਵਾਇਰਸ ਅਸਰ ਕਰੇਗਾ। ਜਿਹਦੀ ਆਪਣੀ ਸਰੀਰ ਦੀ ਇਮਿਊਨਿਟੀ ਸਟਰੋਂਗ ਹੈ ਉਹਦੇ ਉੱਪਰ ਕਰੋਨਾ ਵਾਇਰਸ ਕੋਈ ਅਸਰ ਨਹੀਂ ਕਰਦਾ। ਦੂਜਿਆਂ ਦਾ ਟ੍ਰੀਟਮੈਂਟ ਕਰ ਰਹੇ ਨੇ ਡਾਕਟਰ, ਖਾਸ ਕਰਕੇ ਡਾਕਟਰਾਂ 'ਤੇ ਸਵਾਲ ਹੈ, ਮੈਡੀਕਲ ਸਟਾਫ 'ਤੇ ਸਵਾਲ ਹੈ ਕਿ ਉਹ ਇੰਨੀ ਲੰਬੀ ਲੜਾਈ ਲੜ ਸਕਣਗੇ, ਕਿਸ ਸਮਰੱਥਾ ਨਾਲ ਲੜਨਗੇ ਤੇ ਕੀ ਦਿੱਕਤਾਂ ਆ ਸਕਦੀਆਂ? ਦੇਖੋ ਜੀ, ਸਰਕਾਰ ਦੀ ਜਿਹੜੀ ਨਿੱਜੀ ਜ਼ਿੰਮੇਵਾਰੀ ਹੈ, ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟਸ ਜਿਹੜੇ ਹੈਗੇ ਆ ਜਾਂ ਗਲਵਸ ਹੈਗੇ ਆ ਤੇ ਸੈਨੀਟਾਈਜ਼ਰਸ ਹੈਗੇ ਆ, ਉਹ ਜਿਹੜੇ ਆ ਫੇਸ ਮਾਸਕ ਹੈਗੇ ਆ, ਉਹ ਸਫੀਸ਼ੀਐਂਟ ਕੁਆਂਟੀਟੀ ਦੇ ਵਿੱਚ ਸਾਰੇ ਹੀ ਸਰਕਾਰੀ ਹਸਪਤਾਲਾਂ ਵਿੱਚ ਜਾਂ ਛੋਟੇ ਜਿਹੜੇ ਸਿਵਲ ਹਸਪਤਾਲ ਹੈਗੇ ਆ, ਡਿਸਟ੍ਰਿਕਟ ਲੈਵਲ ਦੇ ਹੋਣ, ਜਿਹੜੇ ਸਬ ਡਿਵੀਜ਼ਨਲ ਹਸਪਤਾਲ ਹੈਗੇ ਆ ਜਾਂ CSC ਵਗੈਰੀਆਂ ਹੈਗੀਆਂ, ਉੱਥੇ ਇਹ ਸਾਰੇ ਜਿਹੜੇ ਪੇਸ਼ੈਂਟ ਨੂੰ ਹੈਂਡਲ ਕਰ ਰਹੇ ਹੈਗੇ ਆ, ਉਹਨਾਂ ਸਾਰਿਆਂ ਕੋਲ ਤਾਂ ਇਹ ਜਿਹੜੇ ਹੈ ਲੋੜੀਂਦਾ ਸਮਾਨ ਜਿਹੜਾ ਹੈਗਾ ਉਹ ਅਤੀ ਜ਼ਰੂਰੀ ਹੈ ਔਰ ਹੋਣਾ ਚਾਹੀਦਾ ਹੈਗਾ। ਜੇ ਕਿਤੇ ਕਮੀ ਹੈ ਤਾਂ ਉਹ ਸਰਕਾਰ, ਉਹ ਨਿੱਜੀ ਜ਼ਿੰਮੇਵਾਰ ਹੈਗੀ ਆ, ਸਰਕਾਰ ਉੱਥੇ ਉਹ ਸਮਾਨ ਨੂੰ ਪਹੁੰਚਾਏ। ਉਹ ਡਾਕਟਰ ਜਿਹੜੇ ਫਰੰਟ 'ਤੇ ਲੜ ਰਹੇ ਹੈਗੇ ਆ, ਇਹਨਾਂ ਦਾ ਖਾਸ ਕਰਕੇ ਖਿਆਲ ਰੱਖਿਆ ਜਾਏ ਔਰ ਡਿਊਰਿੰਗ ਡਿਊਟੀ ਇਹਨਾਂ ਨੂੰ ਸਪੈਸ਼ਲ ਡਾਈਟ ਜਿਹੜੀ ਹੈ ਸਰਕਾਰ ਪ੍ਰੋਵਾਈਡ ਕਰੇ। ਜਿਹੜੇ 24 ਘੰਟੇ ਆਪਣੇ ਘਰ ਨਹੀਂ ਜਾ ਸਕਦੇ ਔਰ ਉੱਥੇ ਉਹਨਾਂ ਦਾ ਰਹਿਣ ਦਾ ਇੰਤਜ਼ਾਮ ਜਿਹੜਾ ਹੈਗਾ, ਉੱਥੇ ਅੱਛੀ ਉਹਨਾਂ ਨੂੰ ਰਹਿਣ ਦੀ ਕਮਰਾ ਹੋਵੇ, ਅੱਛੇ ਬਾਥਰੂਮ ਹੋਣ। ਬਹੁਤ ਸਾਰੀਆਂ ਰਿਪੋਰਟਸ ਆਈਆਂ ਸੀਗੀਆਂ ਕਿ ਜਿੱਥੇ ਡਾਕਟਰਾਂ ਨੂੰ ਰੱਖਿਆ ਜਾ ਰਿਹਾ ਉੱਥੇ ਕੋਈ ਸਫਾਈ ਦਾ ਖਿਆਲ ਨਹੀਂ ਹੈ, ਬਾਥਰੂਮ ਟੁੱਟੇ ਹੈ, ਠੀਕ ਹੈ, ਅਤੇ ਉਹ ਕੋਈ ਰਹਿਣ ਦੀ ਕੋਈ ਅੱਛਾ ਸਿਸਟਮ ਨਹੀਂ ਹੈਗਾ, ਖਾਣੇ ਦਾ ਕੋਈ ਅੱਛਾ ਸਿਸਟਮ ਨਹੀਂ ਹੈਗਾ। ਇਹ ਸਰਕਾਰ ਦੀ ਨਿੱਜੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿੱਥੇ ਡਾਕਟਰ 2-2 ਦਿਨ ਘਰ ਨਹੀਂ ਆਉਂਦਾ ਹੈਗਾ, ਉਹਨੇ ਨਹਾਉਣਾ ਵੀ ਹੈ, ਧੋਣਾ ਵੀ ਹੈ, ਆਪਣੇ ਕੱਪੜੇ ਵੀ ਜਿਹੜੇ ਹੈਗੇ ਸਾਫ਼ ਕਰਨੇ ਹੈਗੇ ਆ, ਅਤੇ ਉਸ ਜਗ੍ਹਾ ਦੇ ਉੱਪਰ ਉਹਨੂੰ ਪ੍ਰੋਪਰ ਰਹਿਣ ਦਾ, ਉਹ ਪ੍ਰੋਪਰ ਖਾਣ ਦਾ, ਇਹ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਡਾਕਟਰ ਸਾਹਿਬ, ਤੁਸੀਂ ਵੀ ਸਰਕਾਰੀ ਤੰਤਰ 'ਚ ਕੰਮ ਕੀਤਾ ਹੈ, ਹਾਂਜੀ। ਅਤੇ ਇਹੀ ਸਵਾਲ ਤੁਹਾਡਾ ਅਨੁਭਵ ਕੀ ਕਹਿੰਦਾ ਕਿ ਸਰਕਾਰ ਇਹ ਚੀਜ਼ ਨੂੰ ਬਹਾਲ ਕਰ ਸਕੇ ਜੋ ਡਿਮਾਂਡ ਤੁਸੀਂ ਰੱਖੀਆਂ ਨੇ? ਦੇਖੋ, ਸਰਕਾਰ ਜਿਹੜੀ ਹੈਗੀ ਹੈ ਜੋ ਚਾਹੇ ਕਰ ਸਕਦੀ ਹੈਗੀ ਹੈ, ਔਰ ਇਹ ਡਾਕਟਰਾਂ ਨੂੰ ਔਨ ਡਿਊਟੀ ਦੇ ਉੱਪਰ ਬ੍ਰੇਕਫਾਸਟ, ਲੰਚ, ਡਿਨਰ ਪ੍ਰੋਵਾਈਡ ਕਰਨਾ ਬਹੁਤ ਵੱਡੀ ਗੱਲ ਨਹੀਂ ਹੈਗੀ। ਪਰ ਜਿੱਥੇ ਇਹ ਡਾਕਟਰ 24 ਘੰਟੇ ਡਿਊਟੀ ਦੇ ਰਹੇ ਹੈਗੇ ਆ ਔਰ ਉਹਨਾਂ ਦੀ ਸਿਹਤ ਦਾ ਖਿਆਲ ਨਹੀਂ ਰੱਖਿਆ ਜਾਏਗਾ ਤਾਂ ਡਾਕਟਰਾਂ ਦੇ ਵਿੱਚ ਮੋਰਟੈਲਿਟੀ ਰੇਟ ਵਧੇਗਾ
ਔਰ ਲੋਕਾਂ ਨਾਲ ਕੀ ਲੜਨਗੇ ਜੇ ਆਪ ਹੀ ਬਿਮਾਰ ਹੋ ਕੀ ਜਾਣ। ਸਰਕਾਰੀ ਤੰਤਰ ਤੇ ਵਿਸ਼ਵਾਸ ਹੈ ਤੁਹਾਨੂੰ? ਸਰਕਾਰੀ ਤੰਤਰ ਤੇ ਵਿਸ਼ਵਾਸ ਹੈਗਾ। ਮੈਂ ਵੀ 25 ਸਾਲ ਸਰਕਾਰ ਦੀ ਨੌਕਰੀ ਕੀਤੀ ਹੈਗੀ ਹੈ। ਸਰਕਾਰ ਹਰ ਮੁਲਾਜ਼ਮ ਦਾ ਖਿਆਲ ਰੱਖਦੀ ਹੈ, ਐਸੀ ਕੋਈ ਗੱਲ ਨਹੀਂ ਹੈਗੀ। ਪਰ ਇਹ ਸਰਕਾਰ ਦੀ ਇਸ ਸਮੇਂ ਨਿੱਜੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿਹੜੇ 24 ਘੰਟੇ ਡਿਊਟੀ ਕਰ ਰਹੇ ਹੈ, ਆਪਣੇ ਘਰ ਨਹੀਂ ਜਾ ਰਹੇ, ਉਹਨਾਂ ਦੀ ਮਤਲਬ ਕਿ ਅੱਛੀ ਡਾਈਟ ਦਾ, ਉਹਨਾਂ ਦੇ ਰਹਿਣ ਦਾ ਅੱਛਾ ਇੰਤਜ਼ਾਮ ਕਰੇ। ਇਹ ਸਰਕਾਰ ਨੂੰ ਜਿਹੜਾ ਹੈ ਬਿਲਕੁਲ ਨਿਸ਼ਚਿਤ ਬਣਾਉਣਾ ਚਾਹੀਦਾ ਹੈ। ਡਾਕਟਰ ਸਾਹਿਬ, ਲਾਸਟ ਸਵਾਲ ਹੈ ਕਿ ਜਿਹੜੇ ਮੌਤਾਂ ਦੀ ਸੰਖਿਆ ਤੇ ਮਰੀਜ਼ਾਂ ਦੀ ਸੰਖਿਆ ਵੱਧ ਰਹੀ ਹੈ, ਕੀ ਰੁਕ ਜਾਣਗੇ? ਦੇਖੋ, ਇਸ ਦੇ ਬਾਰੇ ਇਸ ਸਟੇਜ ਦੇ ਉੱਪਰ ਜਿੰਨੀ ਲੋਕਾਂ ਦੇ ਵਿੱਚ ਅਵੇਅਰਨੈਸ ਆਏਗੀ, ਉਨੀ ਜਿਹੜੀ ਹੈਗੀ ਹੈ ਕਿ ਕੇਸਾਂ ਦੀ ਗਿਣਤੀ 'ਚ ਘਾਟਾ ਹੋਣ ਵਾਲਾ ਨਹੀਂ ਹੈ। ਕਿਉਂਕਿ ਜਦੋਂ ਪਬਲਿਕ ਗੈਦਰਿੰਗ ਹੋਏਗੀ ਤੇ ਉਹ ਕੋਈ ਕਰੋਨਾ ਵਾਇਰਸ ਤੋਂ ਉਹਨਾਂ ਨੂੰ ਕੋਈ ਗਰੰਟੀ ਨਹੀਂ ਹੈਗੀ ਬਚ ਜਾਣਗੇ। ਬਚਾਉਣ ਦਾ ਤਰੀਕਾ ਇਹੀ ਹੈਗਾ ਹੈ ਕਿ ਲੋਕ ਜਿਹੜੇ ਹੈਗੇ ਆ ਆਪਸ ਵਿੱਚ ਇੰਨੇ ਸਮਝਦਾਰ ਹੋਣ, ਜ਼ਿਆਦਾ ਇੱਕ ਜਗ੍ਹਾ 'ਤੇ ਇਕੱਠੇ ਨਾ ਹੋਣ ਤੇ ਘੁਲ ਮਿਲ ਕੇ ਨਾ ਬੈਠਣ, ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਗੇ। ਆਪਣੇ ਵਰਕ ਪਲੇਸ 'ਤੇ ਵੀ, ਆਪਣੇ ਘਰ ਵਿੱਚ ਵੀ ਜ਼ਰੂਰੀ ਹੈ ਸੋਸ਼ਲ ਡਿਸਟੈਂਸਿੰਗ ਜਿਹੜੀ ਹੈਗੀ ਹੈ। ਔਰ ਪ੍ਰੋਪਰ ਆਪਣੇ ਹੈਂਡ ਵਾਸ਼ ਕਰਨਗੇ, ਅੱਛੀ ਡਾਈਟ ਲੈਣਗੇ, ਉਹ ਨਸ਼ਿਆਂ ਤੋਂ ਪਰਹੇਜ਼ ਕਰਨਗੇ, ਤਾਂ ਹੀ ਇਹਨਾਂ ਦਾ ਬਚਾਅ ਹੈਗਾ। ਅਦਰਵਾਈਜ਼ ਕਰੋਨਾ ਦੇ ਕੇਸਿਸ ਵਧਣਗੇ ਔਰ ਇਹਦੇ ਨਾਲ ਡੈਥ ਵੀ ਹੋਣੀਆਂ ਜ਼ਰੂਰ ਲਾਜ਼ਮੀ ਹੈਗੀ ਹੈ। ਪ੍ਰੋਟੈਕਸ਼ਨ ਜਿਹੜੀ ਹੈਗੀ ਹੈ ਤੁਹਾਡੀ ਆਪਣੀ, ਪ੍ਰੀਵੈਂਸ਼ਨ ਜਿਹੜਾ ਹੈਗਾ ਉਹੀ ਇਹਦਾ ਟ੍ਰੀਟਮੈਂਟ ਹੈ। ਦੁਨੀਆ ਭਰ ਵਿੱਚ ਇਸ ਦਾ ਕੋਈ ਇਲਾਜ ਅੱਜ ਤੱਕ ਨਹੀਂ ਹੈਗਾ। ਬਹੁਤ ਸਾਰੇ ਕੰਟਰੀ ਕਲੇਮ ਕਰਦੇ ਹੈਗੇ ਆ ਕਿ ਅਸੀਂ ਵੈਕਸੀਨ ਤਿਆਰ ਕੀਤੀ ਹੈ, ਪਰ ਮਾਰਕੀਟ ਵਿੱਚ ਅੱਜ ਤੱਕ ਪੂਰੇ ਵਰਲਡ ਵਿੱਚ ਕਿਤੇ ਵੀ ਅਵੇਲੇਬਲ ਨਹੀਂ ਹੈਗੀ ਜਿਹੜੀ ਆਮ ਪਬਲਿਕ 'ਤੇ ਲਗਾਈ ਜਾ ਸਕੇ। ਧੰਨਵਾਦ ਡਾਕਟਰ ਸਾਹਿਬ, ਗੱਲਬਾਤ ਕਰਨ ਲਈ। ਬਹੁਤ ਬਹੁਤ ਜੀ ਤੁਹਾਡਾ ਵੀ ਧੰਨਵਾਦ ਜੀ, ਤੁਹਾਡੇ ਸਟੂਡੀਓ 'ਚ ਮੈਨੂੰ ਬੁਲਾਉਣ ਦਾ। ਔਰ ਜਿਹੜੀ ਅਵੇਅਰਨੈਸ ਬਾਰੇ ਤੁਸੀਂ ਲੋਕਾਂ ਨਾਲ ਗੱਲ ਵੀ ਕਰਾਈ ਹੈ, ਲੋਕਾਂ ਦਾ ਵੀ, ਸਰੋਤਿਆਂ ਦਾ ਵੀ ਬਹੁਤ ਧੰਨਵਾਦ। ਡਾਕਟਰ ਸਾਹਿਬ ਨੇ ਇੱਕ ਗੱਲ ਸਾਫ਼ ਕਰ ਦਿੱਤੀ ਹੈ ਕਿ ਇਸ ਸਮੇਂ ਭਾਰਤ ਕਰੋਨਾ ਤੋਂ ਮੁਕਤ ਨਹੀਂ ਹੋ ਸਕਦਾ, ਕਿਉਂਕਿ ਵੈਕਸੀਨ ਵੀ ਨਹੀਂ ਤੇ ਮਰੀਜ਼ਾਂ ਦੀ ਸੰਖਿਆ ਵੱਧ ਵੀ ਰਹੀ ਹੈ। ਜ਼ਿਆਦਾ ਜਾਗਰੂਕ ਹੋਣ ਦੀ ਲੋੜ ਹੈ, ਕਿਉਂਕਿ ਸਰਕਾਰ ਆਪਣੇ ਹੱਥ ਖੜੇ ਕਰ ਚੁੱਕੀ ਹੈ। ਇਸ ਸਵਾਲ ਨੂੰ ਲੈ ਕੇ ਤੁਸੀਂ ਕਮੈਂਟ ਕਰਨਾ ਨਾ ਭੁੱਲੋ। ਤੁਸੀਂ ਦੇਖਦੇ ਰਹੋ ਚੈਨਲ ਸ਼ਣ ਪੰਜਾਬੀ, ਮਾਣ ਪੰਜਾਬ ਦਾ। ਧੰਨਵਾਦ।